मेरे बच्चों ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਇਸ ਚੈਨਲ ਆਈ ਥਿੰਕ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਅਤੇ ਪ੍ਰਮਾਤਮਾ ਪਾਸੋਂ ਅਰਦਾਸ ਕਰਦਾ ਹਾਂ ਕਿ ਸਾਰੇ ਬੱਚੇ ਬਿਲਕੁਲ ਠੀਕ ਠਾਕ ਹੋਵੋਗੇ ਸਿਹਤਮੰਦ ਹੋਵੋਗੇ ਆਪਣਾ ਨਿੱਜੀ ਜੀਵਨ ਜਿਹੜਾ ਹੈ ਬਹੁਤ ਸੁਚੱਜੇ ਢੰਗ ਨਾਲ ਬਿਤਾ ਰਹੇ ਹੋਗੇ ਪੜ੍ਹ ਰਹੇ ਹੋਗੇ ਮਾਪਿਆਂ ਦਾ ਕਹਿਣਾ ਮੰਨ ਰਹੇ ਹੋਗੇ ਅਧਿਆਪਕਾਂ ਦਾ ਕਹਿਣਾ ਮੰਨ ਕੇ ਆਪਣਾ ਕੰਮ ਜਿਹੜਾ ਹੈ ਰੋਜ਼ ਦੀ ਰੋਜ਼ ਕਰ ਰਹੇ ਹੋਗੇ ਜਿਵੇਂ ਕਿ ਬੱਚੇ ਜਾਣਦੇ ਹੋ ਕਿ ਛੁੱਟੀਆਂ ਚੱਲ ਰਹੀਆਂ ਨੇ ਛੁੱਟੀਆਂ ਦੇ ਵਿੱਚ ਅਸੀਂ ਆਪਣੇ ਸਿਲੇਬਸ ਨੂੰ ਪੈਂਡਿੰਗ ਨਹੀਂ ਰੱਖਣਾ ਇੱਕ ਤੇ ਛੁੱਟੀਆਂ ਦਾ ਕੰਮ ਆਪਾਂ ਨਾਲ ਇਸ ਸਿਲੇਬਸ ਦੇ ਰੂਪ 'ਚ ਵੀ ਕਰਦੇ ਰਹਿਣਾ ਹੈ ਬਹੁਤ ਸਵਾਗਤ ਕਰਦਾ ਹਾਂ ਸਤਿਕਾਰਯੋਗ ਅਧਿਆਪਕ ਸਾਥੀਆਂ ਦਾ ਜਿਨ੍ਹਾਂ ਨੇ ਬੜੀ ਮਿਹਨਤ ਮੁਸ਼ੱਕਤ ਨਾਲ ਜਿਹੜਾ ਹੈ ਇਹ ਵੀਡੀਓ ਮੇਰੇ ਨਾਲ ਤਿਆਰ ਕਰਵਾਉਂਦੇ ਨੇ ਅਤੇ ਨਾਲ ਹੀ ਤੁਹਾਡੇ ਤੱਕ ਜਿਹੜਾ ਨੇ ਪਹੁੰਚਾਉਂਦੇ ਨੇ ਆਓ ਪਿਆਰੇ ਬੱਚਿਓ ਅੱਜ ਪੰਜਾਬੀ ਵਿਸ਼ੇ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹੋਏ ਇਸ ਵਿਸ਼ੇ ਨੂੰ ਅੱਗੇ ਵਧਾਉਂਦੇ ਹਾਂ ਇਸ ਪਾਠ ਨੂੰ ਅੱਗੇ ਲੈ ਕੇ ਚੱਲਦੇ ਹਾਂ ਤੁਸੀਂ ਬੱਚਿਓ ਜਾਣਦੇ ਹੋ ਕਿ ਅਸੀਂ ਪਾਠ 2 ਗੱਤਕਾ ਜਿਹੜਾ ਹੈ ਉਹ ਪੜ੍ਹ ਚੁੱਕੇ ਹਾਂ ਪਾਠ ਨੂੰ ਪੂਰਾ ਪੜ੍ਹਨ ਤੋਂ ਬਾਅਦ ਅਸੀਂ ਇਸ ਪਾਠ ਦੇ ਜਿਹੜੇ ਔਖੇ ਸ਼ਬਦਾਂ ਦੇ ਅਰਥ ਨੇ ਉਹ ਆਪਾਂ ਪਿਛਲੀ ਵੀਡੀਓ 'ਚ ਕਵਰ ਕੀਤੇ ਸੀ ਕਿ ਇਸ ਪਾਠ ਵਿੱਚ ਬਹੁਤ ਸਾਰੇ ਇਹੋ ਜਿਹੇ ਸ਼ਬਦ ਆਏ ਸੀ ਜਿਹੜੇ ਕਠਿਨ ਸਨ ਜਿਨ੍ਹਾਂ ਦਾ ਮਤਲਬ ਮੀਨਿੰਗ ਕਲੀਅਰ ਕਰਨਾ ਜ਼ਰੂਰੀ ਸੀ ਉਹ ਅਸੀਂ ਜਦੋਂ ਪਿਛਲਾ ਵੀਡੀਓ ਕੀਤਾ ਸੀ ਤਾਂ ਉਹਦੇ ਵਿੱਚ ਕਲੀਅਰ ਕਰਕੇ ਸਾਰੇ ਬੱਚਿਆਂ ਨੂੰ ਦੱਸਿਆ ਸੀ ਜਿਨ੍ਹਾਂ ਬੱਚਿਆਂ ਨੇ ਉਹ ਪੁਰਾਣਾ ਵੀਡੀਓ ਨਹੀਂ ਦੇਖਿਆ ਉਹ ਵੀਡੀਓ ਜ਼ਰੂਰ ਦੇਖ ਲੈਣ ਤਾਂ ਕਿ ਉਹਨਾਂ ਦੀ ਲੜੀ ਜਿਹੜੀ ਹੈ ਅੱਗੇ ਬਣੀ ਰਹੇ ਕੰਟੀਨਿਊਸਲੀ ਉਹ ਇਸ ਲੈਸਨ ਨੂੰ ਸਮਝ ਸਕਣ ਪਾਠ ਨੂੰ ਸਮਝ ਸਕਣ ਕਿਉਂਕਿ ਜਦੋਂ ਆਬਜੈਕਟਿਵ ਟਾਈਪ ਜਾਂ ਸਬਜੈਕਟਿਵ ਟਾਈਪ ਤੁਹਾਡਾ ਟੈਸਟ ਹੋਏਗਾ ਮਤਲਬ ਕਿ ਕੋਈ ਵੀ ਟੈਸਟ ਹੋਏਗਾ ਪੇਪਰ ਹੋਏਗਾ ਤਾਂ ਤੁਹਾਨੂੰ ਆਸਾਨੀ ਰਹੇਗੀ ਸੋ ਪਿਆਰੇ ਬੱਚਿਓ ਆਓ ਜਲਦੀ ਨਾਲ ਇਸ ਪਾਠ ਨੂੰ ਸ਼ੁਰੂ ਕਰਦੇ ਹਾਂ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਅਸੀਂ ਔਖੇ ਸ਼ਬਦ ਜਿਹੜੇ ਨੇ ਉਹ ਕਰ ਲਏ ਸੀ ਔਖੇ ਸ਼ਬਦਾਂ ਦੇ ਅਰਥ ਕਰਨ ਤੋਂ ਬਾਅਦ ਅੱਜ ਅਸੀਂ ਸਭ ਤੋਂ ਪਹਿਲਾਂ ਕੁਝ ਯਾਦ ਰੱਖਣਯੋਗ ਗੱਲਾਂ ਜਿਹੜੀਆਂ ਨੇ ਉਹ ਕਰਨੀਆਂ ਨੇ ਬੱਚਿਓ ਇਹ ਯਾਦ ਰੱਖਣਯੋਗ ਗੱਲਾਂ ਕਿਹੜੀਆਂ ਨੇ ਇਹ ਗੱਲਾਂ ਜਿਹੜੀਆਂ ਨੇ ਇਹ ਤੁਹਾਡੇ ਨਾਲ ਮੈਂ ਸਾਂਝੀਆਂ ਕਰਨ ਜਾ ਰਿਹਾ ਹਾਂ ਸੋ ਪਿਆਰੇ ਬੱਚਿਓ ਸਭ ਤੋਂ ਪਹਿਲੀ ਜਿਹੜੀ ਯਾਦ ਰੱਖਣਯੋਗ ਗੱਲ ਹੈ ਉਸ ਵੱਲ ਤੁਸੀਂ ਧਿਆਨ ਦੇਣਾ ਹੈ ਉਹ ਹੈ ਕਿ ਗੱਤਕੇ ਦੀ ਸ਼ੁਰੂਆਤ ਜਿਹੜੀ ਹੈ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੋਈ ਸੀ ਜਿਵੇਂ ਕਿ ਸਾਨੂੰ ਇਸ ਪਾਠ ਦੇ ਆਰੰਭ ਦੇ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਗੱਤਕੇ ਦੀ ਜਿਹੜੀ ਖੇਡ ਹੈ ਇਸ ਦਾ ਜਿਹੜਾ ਸ਼ੁਰੂਆਤੀ ਮੁੱਢ ਹੈ ਉਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਸੀ ਉਹ ਰੱਖਿਆ ਸੀ ਉਹਨਾਂ ਦੇ ਸਮੇਂ ਤੋਂ ਇਹ ਖੇਡ ਜਿਹੜੀ ਹੈ ਚੱਲਦੀ ਆ ਰਹੀ ਹੈ ਉਹਨਾਂ ਦੇ ਸਮੇਂ ਤੋਂ ਹੀ ਇਹ ਖੇਡ ਜਿਹੜੀ ਹੈ ਪ੍ਰਚਲਿਤ ਹੋਈ ਹੈ ਉਸ ਤੋਂ ਅਗਲੀ ਜਿਹੜੀ ਯਾਦ ਰੱਖਣ ਜੋ ਗੱਲ ਹੈ ਬੇਟਾ ਉਹ ਇਹ ਹੈ ਕਿ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਪਾਉਂਟਾ ਸਾਹਿਬ ਗੱਤਕੇ ਦੇ ਵੱਡੇ ਕੇਂਦਰ ਸਨ ਇਹ ਤੁਹਾਨੂੰ ਪ੍ਰਸ਼ਨ ਵੀ ਪੁੱਛਿਆ ਜਾ ਸਕਦਾ ਬੱਚਿਓ ਕਿ ਸਭ ਤੋਂ ਪਹਿਲੇ ਜਿਹੜੇ ਗੱਤਕੇ ਦੇ ਪ੍ਰਸਿੱਧ ਕੇਂਦਰ ਨੇ ਉਹ ਕਿਹੜੇ ਨੇ ਸੋ ਆਪਾਂ ਬਿਨਾਂ ਝਿਜਕ ਜਿਹੜਾ ਹੈ ਇਹਦਾ ਉੱਤਰ ਅਸੀਂ ਦੇ ਦੇਣਾ ਕਿ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਪਾਉਂਟਾ ਸਾਹਿਬ ਜਿਹੜੇ ਨੇ ਉਹ ਗੱਤਕੇ ਦੇ ਵੱਡੇ ਕੇਂਦਰ ਸਨ ਤੀਸਰੀ ਜਿਹੜੀ ਯਾਦ ਰੱਖਣ ਜੋ ਗੱਲ ਹੈ ਬੱਚੇ ਉਹ ਇਹ ਹੈ ਕਿ ਗੱਤਕਾ ਸਿੱਖਣ ਵਾਲੇ ਨੂੰ ਅਸੀਂ ਭੁਜੰਗੀ ਕਿਹਾ ਜਾਂਦਾ ਹੈ ਮਤਲਬ ਅਸੀਂ ਭੁਜੰਗੀ ਕਹਿੰਦੇ ਹਾਂ ਭੁਜੰਗੀ ਜਿਹੜਾ ਹੈ ਉਹ ਸ਼ਾਗਿਰਦ ਨੂੰ ਕਿਹਾ ਜਾਂਦਾ ਹੈ ਸੋ ਜਿਹੜੇ ਉਸਤਾਦ ਨੇ ਉਹ ਆਪਣੇ ਗੱਤਕੇ ਦੀ ਖੇਡ ਜਦੋਂ ਸਿੱਖਦੇ ਨੇ ਗੱਤਕੇ ਦੇ ਹੁਨਰ ਜਦੋਂ ਸਿੱਖਦੇ ਨੇ ਤਾਂ ਆਪਣੇ ਸ਼ਾਗਿਰਦ ਨੂੰ ਉਹ ਭੁਜੰਗੀ ਜਿਹੜਾ ਹੈ ਉਹ ਬੁਲਾ ਕੇ ਸੰਬੋਧਨ ਕਰਦੇ ਨੇ ਸੋ ਇਹ ਯਾਦ ਰੱਖਣ ਜੋ ਗੱਲ ਹੈ ਕਿ ਗੱਤਕੇ ਦੇ ਵਿੱਚ ਜਿਹੜਾ ਸ਼ਾਗਿਰਦ ਹੈ ਸਿੱਖਣ ਵਾਲਾ ਹੈ ਉਸ ਨੂੰ ਭੁਜੰਗੀ ਜਿਹੜਾ ਉਹ ਕਹਿੰਦੇ ਨੇ ਉਸ ਤੋਂ ਬਾਅਦ ਚੌਥੀ ਗੱਲ ਦੇਖਦੇ ਹਾਂ ਕਿ ਗੱਤਕੇ ਦੀ ਲੋੜ ਜਿਹੜੀ ਹੈ ਉਹ ਆਤਮ ਸੁਰੱਖਿਆ ਕਾਰਨ ਜਿਹੜੀ ਹੈ ਉਹ ਬੇਟਾ ਹੋਂਦ ਵਿੱਚ ਆਈ ਸੀ ਗੱਤਕੇ ਦਾ ਜਿਹੜਾ ਮੁੱਖ ਮਕਸਦ ਸੀ ਉਹ ਸਵੈ ਰੱਖਿਆ ਕਰਨੀ ਸੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਦੁਸ਼ਮਣ ਜਦੋਂ ਯੁੱਧ ਵਿੱਚ ਵਾਰ ਕਰਦੇ ਸਨ ਤਾਂ ਉਸ ਵਕਤ ਆਪਣੇ ਬਚਾਅ ਵਾਸਤੇ ਢਾਲ ਅਤੇ ਸੋਟੀ ਮੁੱਖ ਜਿਹੜੇ ਆ ਉਹ ਔਜ਼ਾਰ ਹੁੰਦੇ ਸਨ ਇਨਸਾਨ ਕੋਲ ਢਾਲ ਜਿਹੜੀ ਤੁਹਾਨੂੰ ਦੱਸਿਆ ਸੀ ਪਾਠ ਵਿੱਚ ਵੀ ਕਿ ਆਪਣੇ ਆਪ ਦੀ ਸਵੈ ਰੱਖਿਆ ਕਰਨ ਵਾਸਤੇ ਆਪਣੇ ਸਰੀਰ ਨੂੰ ਕਵਚ ਦੇ ਰੂਪ ਦੇ ਵਿੱਚ ਸੁਰੱਖਿਆ ਪ੍ਰਦਾਨ ਕਰਦੀ ਸੀ ਜਿਵੇਂ ਤੁਸੀਂ ਕੱਛੂਕੁੰਮਾ ਦੇਖਿਆ ਹੈ ਕੱਛੂਕੁੰਮਾ ਜਿਹੜਾ ਹੈ ਉਹ ਆਪਣਾ ਸਾਰਾ ਸਰੀਰ ਜਿਹੜਾ ਹੈ ਆਪਣੇ ਕਵਚ ਆਪਣੀ ਖੋਲ ਦੇ ਵਿੱਚ ਛੁਪਾ ਕੇ ਰੱਖਦਾ ਹੈ ਇਵੇਂ ਹੀ ਉਹ ਆਪਣੀ ਸੁਰੱਖਿਆ ਕਰ ਪਾਉਂਦਾ ਹੈ ਤੁਸੀਂ ਉੱਪਰੋਂ ਜਿੰਨੀਆਂ ਮਰਜ਼ੀ ਸੋਟੀਆਂ ਮਾਰੀ ਜਾਓ ਠੁੱਡ ਮਾਰੀ ਜਾਓ ਉਸ ਨੂੰ ਨੁਕਸਾਨ ਪਹੁੰਚਾਓ ਪਰ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਸ ਦਾ ਕਵਚ ਬੜਾ ਮਜ਼ਬੂਤ ਹੁੰਦਾ ਹੈ ਇਸੇ ਤਰ੍ਹਾਂ ਹੀ ਗੱਤਕੇ ਦੀ ਖੇਡ ਦੇ ਵਿੱਚ ਜਿਹੜਾ ਹੈ ਇਸ ਦਾ ਮੁੱਖ ਜਿਹੜਾ ਮਕਸਦ ਹੈ ਉਹ ਸਵੈ ਸੁਰੱਖਿਆ ਅਤੇ ਉਹਦੇ ਵਾਸਤੇ ਢਾਲ ਜਿਹੜੀ ਹੈ ਉਹ ਵਰਤੀ ਜਾਂਦੀ ਹੈ
ਉਸ ਤੋਂ ਬਾਅਦ ਹੈ ਜੀ ਅਗਲੀ ਬੱਚਿਓ ਜਿਹੜੀ ਖਾਸ ਯਾਦ ਰੱਖਣ ਜੋ ਗੱਲ ਹੈ ਉਹ ਇਹ ਹੈ ਕਿ ਓਲੰਪਿਕ ਖੇਡਾਂ ਵਿੱਚ ਖੇਡੀ ਜਾਂਦੀ ਖੇਡ ਫੈਂਸਿੰਗ ਗੱਤਕੇ ਦਾ ਹੀ ਸੁਧਰਿਆ ਹੋਇਆ ਰੂਪ ਹੈ। ਤੁਸੀਂ ਬੇਟਾ ਆਮ ਬਹੁਤ ਸਾਰੀਆਂ ਖੇਡਾਂ ਸੈਂਕੜੇ ਖੇਡਾਂ ਜਿਹੜੀਆਂ ਨੇ ਉਹ ਪ੍ਰਚਲਿਤ ਨੇ, ਉਹਦੇ ਵਿੱਚ ਇੱਕ ਫੈਂਸਿੰਗ ਵੀ ਹੈ ਜਿਹੜੀ ਕਿ ਤਲਵਾਰ ਹੁੰਦੀ ਹੈ ਤਿੱਖੀ ਜੀ, ਤੁਸੀਂ ਦੇਖੀ ਹੋਏਗੀ। ਉਹ ਤਲਵਾਰ ਨਾਲ ਜਿਹੜੀ ਹੈ ਉਹ ਖੇਡ ਖੇਡੀ ਜਾਂਦੀ ਹੈ। ਮੁਕਾਬਲੇ ਵਿੱਚ ਦੋ ਹੀ ਹੁੰਦੇ ਨੇ, ਇੱਕ ਆਪੋਜ਼ਿਟ ਹੁੰਦਾ ਇੱਕ ਲੜ ਰਿਹਾ ਹੁੰਦਾ, ਦੋਵੇਂ ਲੜ ਰਹੇ ਹੁੰਦੇ ਨੇ ਔਰ ਉਹਨਾਂ ਦਾ ਤਲਵਾਰ ਹੁੰਦੀ ਹੈ ਔਰ ਪਿੱਛੇ ਇੱਕ ਤੁਸੀਂ ਦੇਖਿਆ ਹੋਣਾ ਹੈ ਕਿ ਤਾਰਬੰਦੀ ਹੁੰਦੀ ਹੈ ਉਹਨਾਂ ਨੂੰ ਬਹੁਤ ਅੱਗੇ ਨਾ ਜਾ ਕੇ ਪਿਛਾਂਹ ਨੂੰ ਖਿੱਚਣ ਵਾਸਤੇ, ਕੰਟਰੋਲ ਕਰਨ ਵਾਸਤੇ, ਉਹ ਤੁਸੀਂ ਫੈਂਸਿੰਗ ਜਿਹੜੀ ਹੈ ਉਸ ਨੂੰ ਕਹਿੰਦੇ ਨੇ। ਸੋ ਇਹ ਫੈਂਸਿੰਗ ਜਿਹੜੀ ਹੈ ਇਹ ਓਲੰਪਿਕ ਖੇਡਾਂ ਵਿੱਚ ਜਿਹੜੀ ਖੇਡੀ ਜਾਂਦੀ ਹੈ ਇਹ ਗੱਤਕੇ ਦਾ ਹੀ ਜਿਹੜਾ ਹੈ ਬੱਚੇ ਉਹ ਸੁਧਰਿਆ ਹੋਇਆ ਰੂਪ ਹੈ। ਗੱਤਕੇ ਵਜੋਂ ਹੀ ਇਹ ਪਹਿਲਾਂ ਖੇਡੀ ਜਾਂਦੀ ਸੀ, ਗੱਤਕਾ ਖੇਡਿਆ ਜਾਂਦਾ ਸੀ, ਉਸ ਤੋਂ ਹੀ ਇਹ ਸੁਧਰ ਕੇ ਜਿਹੜੀ ਹੈ ਖੇਡ ਜਿਹੜੀ ਫੈਂਸਿੰਗ ਹੈ ਉਹ ਬਣੀ ਹੈ। ਸੋ ਇਹ ਸੀ ਬੇਟਾ ਤੁਹਾਡੇ ਕੁਛ ਯਾਦ ਰੱਖਣ ਜੋ ਗੱਲਾਂ ਦੇ ਮੁੱਖ ਉਦੇਸ਼ ਜਿਹੜੇ ਮੈਂ ਤੁਹਾਨੂੰ ਕਲੀਅਰ ਕੀਤੇ ਨੇ ਕਿ ਯਾਦ ਰੱਖਣਾ ਤਾਂ ਉਦੇਸ਼ ਕੀ ਹੈ। ਉਸ ਤੋਂ ਬਾਅਦ ਅਸੀਂ ਕੁਛ ਹੁਣ ਜ਼ੁਬਾਨੀ ਪ੍ਰਸ਼ਨ ਨੇ ਜਿਹੜੇ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਪ੍ਰਸ਼ਨ ਜਿਹੜਾ ਹੈ ਉਹ ਲੈਂਦੇ ਹਾਂ, ਤੁਸੀਂ ਗੱਤਕਾ ਖੇਡਦਿਆਂ ਕਿਸ ਨੂੰ ਅਤੇ ਕਦੋਂ ਵੇਖਿਆ ਹੈ। ਸਾਰੇ ਬੱਚੇ ਜਾਣਦੇ ਆ ਕਿ ਗੱਤਕਾ ਜਿਹੜਾ ਹੈ ਮੁੱਖ ਤੌਰ 'ਤੇ ਅਸੀਂ ਪਾਠ ਵਿੱਚ ਵੀ ਪੜ੍ਹਿਆ ਸੀ ਕਿ ਅੱਜ ਕੱਲ੍ਹ ਜਿਹੜਾ ਹੈ ਉਹ ਖਾਸ ਮੌਕਿਆਂ 'ਤੇ ਹੀ ਵੇਖਣ ਨੂੰ ਗੱਤਕੇ ਦੀ ਖੇਡ ਜਿਹੜੀ ਉਹ ਮਿਲਦੀ ਹੈ, ਜਿਹਦੇ ਵਿੱਚ ਮੁੱਖ ਤੌਰ 'ਤੇ ਜਦੋਂ ਸਾਡੇ ਗੁਰਪੁਰਬ ਹੁੰਦੇ ਨੇ, ਮਹਾਨ ਸਮਾਗਮ ਹੁੰਦੇ ਨੇ, ਧਾਰਮਿਕ ਸਮਾਗਮ ਹੁੰਦੇ ਨੇ, ਉਹਨਾਂ ਦੇ ਵਿੱਚ ਅਸੀਂ ਇਹ ਗੱਤਕੇ ਦੇ ਜ਼ੋਰ ਜਿਹੜੇ ਦੇਖਦੇ ਹਾਂ। ਖਾਸ ਕਰਕੇ ਸਾਡੇ ਪਿੰਡਾਂ ਦੇ ਵਿੱਚ ਜਦੋਂ ਪਾਲਕੀਆਂ ਨਿਕਲਦੀਆਂ ਨੇ, ਤੁਸੀਂ ਦੇਖਿਆ ਜਦੋਂ ਗੁਰਪੁਰਬ ਹੁੰਦੇ ਨੇ, ਕਿਸੇ ਵੀ ਕਿਸਮ ਦੇ ਗੁਰਪੁਰਬ ਜਿਹੜੇ ਮਨਾਏ ਜਾਂਦੇ ਨੇ, ਉਹਨਾਂ ਗੁਰਪੁਰਬਾਂ ਦੇ ਵਿੱਚ ਖਾਸ ਕਰਕੇ ਸਿੱਖ ਸਮਾਜ ਨਾਲ ਸੰਬੰਧਿਤ ਜਿਹੜੇ ਗੁਰਪੁਰਬ ਨੇ ਹੁੰਦੇ ਉਹੋ ਹੀ ਨੇ, ਜਿਹੜੇ ਸਿੱਖ ਸਮਾਜ ਨਾਲ ਸੰਬੰਧਿਤ ਉਹਨਾਂ ਨੂੰ ਅਸੀਂ ਗੁਰਪੁਰਬ ਆਪਾਂ ਕਹਿੰਦੇ ਹਾਂ ਬੇਸ਼ੱਕ, ਲੇਕਿਨ ਉਹਨਾਂ ਨਾਲ ਸੰਬੰਧਿਤ ਹੀ ਜਦੋਂ ਝਾਕੀਆਂ ਜਿਹਨਾਂ ਨੂੰ ਅਸੀਂ ਜਲੂਸ ਜਾਂ ਗੁਰਪੁਰਬ ਦੇ ਸਨਮਾਨ ਵਜੋਂ ਮਨਾਉਂਦੇ ਹਾਂ, ਝਾਕੀਆਂ ਕੱਢਦੇ ਹਾਂ, ਜਲੂਸ ਕੱਢਦੇ ਹਾਂ, ਉਹਦੇ ਵਿੱਚ ਅਸੀਂ ਆਮ ਦੇਖਣ ਨੂੰ ਸਾਨੂੰ ਗੱਤਕੇ ਦੀ ਖੇਡ ਜਿਹੜੀ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੀ ਹੈ ਗੱਤਕੇ ਦੀ ਖੇਡ ਅੱਜ ਕੱਲ੍ਹ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਨਾਲ ਵੀ ਖੇਡੀ ਜਾਂਦੀ ਹੈ। ਉਸ ਤੋਂ ਅਗਲਾ ਪ੍ਰਸ਼ਨ ਜਿਹੜਾ ਹੈ ਉਹ ਲੈਂਦੇ ਹਾਂ ਕਿ ਇਹ ਖੇਡ ਹੁਣ ਕਿਹੜੇ ਮੁਕਾਬਲਿਆਂ ਵਿੱਚ ਸ਼ਾਮਲ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਬੇਟਾ ਇਹ ਮੁਕਾਬਲੇ ਦੀ ਖੇਡ ਬਣ ਚੁੱਕੀ ਹੈ। ਇਹ ਖੇਡ ਮੁਕਾਬਲਿਆਂ ਵਿੱਚ ਜਿਹੜੀ ਆ ਉਹ ਸ਼ਾਮਲ ਕੀਤੀ ਜਾ ਸਕਦੀ। ਤਰ੍ਹਾਂ ਫੈਂਸਿੰਗ ਜਿਹੜਾ ਇਹਦਾ ਸੁਧਰਿਆ ਰੂਪ ਹੈ, ਠੀਕ ਹੈ ਨਾ। ਪਹਿਲਾਂ ਗਦਾ ਯੁੱਧ ਜਿਹੜਾ ਸੀ ਇਹਦੀ ਪਹਿਲਾ ਪੜਾਅ ਸੀਗਾ ਉਹ ਅਸੀਂ ਪੜ੍ਹ ਚੁੱਕੇ ਹਾਂ। ਗਦਾ ਯੁੱਧ ਜਿਹੜਾ ਪਹਿਲਾ ਪੜਾਅ ਸੀ ਇਹਦਾ, ਅਤੇ ਇਹ ਹੁਣ ਜਿਹੜੀ ਖੇਡ ਮੇਲਿਆਂ ਵਿੱਚ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਹੈ ਉਸ ਦੇ ਵਿੱਚ ਫੈਂਸਿੰਗ ਆਉਂਦੀ ਹੈ। ਕਰਾਟੇ ਵੀ ਇਹਦਾ ਸੁਧਰਿਆ ਰੂਪ ਹੈ, ਆਪਾਂ ਉੱਪਰ ਪੜ੍ਹ ਚੁੱਕੇ ਹਾਂ। ਆਓ ਹੁਣ ਆਪਾਂ ਤੀਸਰੇ ਪ੍ਰਸ਼ਨ ਵੱਲ ਚੱਲਦੇ ਹਾਂ। ਇਹ ਖੇਡ ਓਲੰਪਿਕ ਦੀ ਕਿਹੜੀ ਖੇਡ ਦਾ ਸੁਧਰਿਆ ਹੋਇਆ ਰੂਪ ਹੈ। ਇਹ ਮੈਂ ਤੁਹਾਨੂੰ ਉੱਪਰ ਦੱਸ ਹੀ ਆਇਆ ਕਿ ਇਹ ਓਲੰਪਿਕ ਦੀ ਫੈਂਸਿੰਗ ਜਿਹੜੀ ਖੇਡ ਹੈ, ਫੈਂਸਿੰਗ ਤਲਵਾਰਬਾਜ਼ੀ ਜਿਹੜੀ ਹੈ ਉਸ ਦਾ ਹੀ ਤਲਵਾਰਬਾਜ਼ੀ ਜਿਹੜੀ ਹੈ ਸੁਧਰਿਆ ਹੋਇਆ ਰੂਪ ਹੈ ਕਿਸ ਦਾ, ਗੱਤਕੇ ਦਾ, ਠੀਕ ਹੈ। ਇਸ ਤੋਂ ਅੱਗੇ ਕਿਉਂਕਿ ਮੌਖਿਕ ਪ੍ਰਸ਼ਨ ਨੇ ਆਪਾਂ ਲਿਖਣੇ ਨਹੀਂ ਹੈ, ਇਸ ਕਰਕੇ ਮੈਂ ਮੌਖਿਕ ਹੀ ਜ਼ੁਬਾਨੀ ਹੀ ਇਸਦਾ ਜਵਾਬ ਦੇ ਰਿਹਾ ਹਾਂ। ਇਸ ਤੋਂ ਅੱਗੇ ਹੈ ਚੌਥਾ ਪ੍ਰਸ਼ਨ ਕਿ ਖੁਤਕਾ ਕਿਹੜੀ ਭਾਸ਼ਾ ਦਾ ਸ਼ਬਦ ਜਿਹੜਾ ਹੈ ਉਹ ਹੈ, ਕਿਉਂਕਿ ਆਪਾਂ ਪਾਠ ਵਿੱਚ ਪੜ੍ਹਿਆ ਸੀ ਕਿ ਫਾਰਸੀ ਭਾਸ਼ਾ ਦਾ ਸ਼ਬਦ ਹੈ ਖੁਤਕਾ, ਜਿਸ ਤੋਂ ਇਹ ਵਿਗੜਦਾ ਮਤਲਬ ਸੁਧਰਦਾ ਕਹਿ ਲਓ ਜਾਂ ਵਿਗੜਦਾ ਬੱਚੇ ਕਹਿ ਲਓ, ਕਿਉਂਕਿ ਸ਼ਬਦ ਅਸਲੀ ਤਾਂ ਉਹੀ ਹੈ ਜਿਹੜਾ ਪਹਿਲੀ ਵਾਰ ਆਇਆ, ਉਸ ਤੋਂ ਬਾਅਦ ਸ਼ਬਦ ਵਿਗੜਦਾ ਹੀ ਹੈ। ਸੋ ਸ਼ਬਦ ਨੂੰ ਵਿਗਾੜ ਕੇ ਅਸੀਂ ਖੁਤਕੇ ਤੋਂ ਗੱਤਕਾ ਜਿਹੜਾ ਕਰ ਲਿਆ। ਅੱਜ ਗੱਤਕਾ ਸ਼ਬਦ ਜਿਹੜਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਉਹ ਪ੍ਰਸਿੱਧ ਹੈ, ਇਸ ਨੂੰ ਫਾਰਸੀ ਭਾਸ਼ਾ ਦਾ ਸ਼ਬਦ ਜਿਹੜਾ ਉਹ ਕਿਹਾ ਜਾਂਦਾ ਹੈ। ਸੋ ਇਹ ਸੀ ਬੇਟਾ ਤੁਹਾਡੇ ਮੌਖਿਕ ਪ੍ਰਸ਼ਨ, ਜ਼ੁਬਾਨੀ ਪ੍ਰਸ਼ਨ ਜਿਹੜੇ ਅਸੀਂ ਕੀਤੇ ਹੈ। ਆਓ ਹੁਣ ਅਸੀਂ ਅਗਲੇ ਸੈਗਮੈਂਟ ਵੱਲ ਚੱਲਦੇ ਹਾਂ। ਅਗਲੇ ਸੈਗਮੈਂਟ ਦੇ ਵਿੱਚ ਬੇਟਾ ਤੁਹਾਡੇ ਪ੍ਰਸ਼ਨ ਨੇ। ਇਹ ਪ੍ਰਸ਼ਨ ਪਹਿਲਾਂ ਦੇਖੀਏ ਕਿ ਇਹ ਪ੍ਰਸ਼ਨ ਜਿਹੜੇ ਨੇ ਆਪਾਂ ਕਰਨੇ ਨੇ ਕਿੰਨੇ ਨੇ। ਪ੍ਰਸ਼ਨ ਨੰਬਰ 1 2 3 4 5 ਔਰ 6, ਠੀਕ ਹੈ। 6 ਪ੍ਰਸ਼ਨ ਨੇ। ਆਪਾਂ ਪਹਿਲੇ 3 ਪ੍ਰਸ਼ਨ ਜਿਹੜੇ ਨੇ ਇਸ ਵੀਡੀਓ 'ਚ ਕਰਾਂਗੇ, ਨਹੀਂ ਤਾਂ ਵੀਡੀਓ ਕਾਫੀ ਲੰਬੀ ਹੋ ਜਾਏਗੀ। ਸੋ ਚਲੋ ਪਹਿਲੇ ਪ੍ਰਸ਼ਨ ਦੇ ਉੱਤੇ ਆਪਾਂ ਚੱਲਦੇ ਹਾਂ ਬੱਚਿਓ, ਔਰ ਇਸ ਪ੍ਰਸ਼ਨ ਨੂੰ ਜਿਹੜਾ ਵਾ ਉਹ ਪੜ੍ਹਦੇ ਹਾਂ। ਸੋ ਪਹਿਲਾ ਪ੍ਰਸ਼ਨ ਹੈ ਬੇਟੇ ਕਿ ਗੱਤਕਾ ਖੇਡ ਹੋਂਦ ਵਿੱਚ ਕਿਉਂ ਆਈ। ਕਿਉਂਕਿ ਪ੍ਰਸ਼ਨ ਦੇ 2 ਭਾਗ ਨੇ ਬੇਟਾ, ਧਿਆਨ ਨਾਲ ਪੜ੍ਹਿਓ।
पहला भाग है कि गतका खेड जिहड़ी आ होंद विच क्यों आई। चलो पहला इसका ही उत्तर आप लिखांगे, अगले भाग का उत्तर बाद च लिखांगे। पहले भाग का उत्तर लिखते हैं कि गतका ही खेड जिहड़ी होंद विच क्यों आई। सो गतका खेड जिहड़ी है बेटा स्वै रखिया ਅਤੇ ਦੁਸ਼ਮਣ ਤੋਂ ਮੁਕਾਬਲੇ ਵਿੱਚ ਜਦੋਂ ਆਪਾਂ ਉਸ 'ਤੇ ਵਾਰ ਕਰਦੇ ਹਾਂ ਉਸ ਲਈ ਜਿਹੜਾ ਹੋਣ ਚਾਹੀ ਸੀ, ਸਭ ਤੋਂ ਮੁੱਖ ਜਿਹੜਾ ਮਕਸਦ ਸੀ ਉਹ ਸਵੈ ਰੱਖਿਆ ਸੀ। ਆਓ ਇਸ ਦਾ ਉੱਤਰ ਕਰਦੇ ਹਾਂ। सो बच्चों मैं दोनों भागों का उत्तर इकट्ठा दे दिता। पहले भाग का उत्तर है कि ये खेड स्वै रखिया वजों जिहड़ी है होंद विच आई। ਅਤੇ दूसरा प्रश्न सी, दूसरा भाग सी प्रश्न का कि यह किस किस्म का हुनर है। तो आप इसका उत्तर दे दिता कि बच्चों ये एक जंगी हुनर है। ये पहला प्रश्न का उत्तर है, तुसी वीडियो पॉज करके लिख सकते हो। आओ हुण असीं दूसरे प्रश्न वाल चलते हैं, उसनूं पढ़ते हैं। गतका खेडण समय किहड़े-किहड़े हथियार जिहड़े ने ਉਹ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ। ਆਓ ਇਸ ਦਾ ਆਪਾਂ ਉੱਤਰ ਜਿਹੜਾ ਹੈ ਉਹ ਕਰਦੇ ਹਾਂ। ਜਿਹੜੇ औजार ਤੇ ਹਥਿਆਰ ਨੇ ਇਹ ਕੰਮ ਆਉਂਦੇ ਨੇ, ਕਿਉਂਕਿ ਇਹ ਹਥਿਆਰ ਹੀ ਨੇ ਦੋਨੋਂ। ਕਿਉਂਕਿ औजार ਦੇ ਰੂਪ 'ਚ ਅਸੀਂ ਫਰੀ ਜਾਂ ਢਾਲ ਜਿਹੜੀ ਉਹ ਵਰਤਦੇ ਹਾਂ, ਕਿਉਂਕਿ ਇਸ ਦਾ ਕੰਮ ਵਾਰ ਕਰਨਾ ਨਹੀਂ ਹੁੰਦਾ, ਸੈਲਫ ਡਿਫੈਂਸ ਕਰਨੀ ਹੁੰਦੀ ਆ, ਆਤਮ ਸੁਰੱਖਿਆ ਜਿਹੜੀ ਆ ਉਹ ਸਵੈ ਰੱਖਿਆ ਜਿਹੜੀ ਉਹ ਕਰਨੀ ਹੁੰਦੀ ਹੈ। ਆਓ ਅਸੀਂ ਤੀਸਰੇ ਪ੍ਰਸ਼ਨ ਵੱਲ ਚੱਲਦੇ ਹਾਂ, ਉਸ ਨੂੰ ਪੜ੍ਹਦੇ ਹਾਂ। ਤੀਸਰਾ ਪ੍ਰਸ਼ਨ ਹੈ ਕਿ ਗਤਕੇ ਦਾ ਉਸਤਾਦ ਗਤਕਾ ਸਿਖਾਉਣ ਤੋਂ ਪਹਿਲਾਂ ਸਿਖਿਆਰਥੀ ਨੂੰ ਕੀ ਸਿੱਖਿਆ ਦਿੰਦਾ ਹੈ। ਥੋੜ੍ਹਾ ਜਿਹਾ ਪ੍ਰਸ਼ਨ ਬੇਟਾ ਇਹ ਉੱਤਰ ਇਹਦਾ ਥੋੜ੍ਹਾ ਲੰਬਾ ਹੋਏਗਾ, ਇਸ ਕਰਕੇ ਮੈਂ ਬੋਲ ਕੇ ਲਿਖਾਵਾਂਗਾ। ਸਾਰੇ ਬੱਚਿਆਂ ਨੇ ਇਹਦਾ ਉੱਤਰ ਜਿਹੜਾ ਹੈ ਮੈਂ ਮੌਖਿਕ ਬੋਲਾਂਗਾ, ਮੂੰਹ ਤੋਂ ਤੁਸੀਂ ਜਿਹੜਾ ਹੈ ਲਿਖਣਾ ਹੈ। ਸੋ ਇਸ ਦਾ ਉੱਤਰ ਹੈ, ਪਹਿਲਾਂ ਮੈਂ ਥੋੜ੍ਹਾ ਡਿਸਕਸ ਕਰ ਦੇਵਾਂ। ਇਸ ਦਾ ਉੱਤਰ ਹੈ ਕਿ ਗਤਕੇ ਦਾ ਜਿਹੜਾ ਉਸਤਾਦ ਹੈ ਉਹ ਗਤਕਾ ਸਿਖਾਉਣ ਤੋਂ ਪਹਿਲਾਂ ਜੁੱਸੇ ਪਰਖੇ ਜਾਂਦੇ ਹੈ ਕਿ ਇਹ ਬੰਦਾ ਇਸ ਕਾਬਲ ਵੀ ਹੈ। ਫਿਰ ਦੱਸਿਆ ਜਾਂਦਾ ਹੈ ਕਿ ਆਪਣੇ ਤੋਂ ਛੋਟੇ 'ਤੇ ਜਾਂ ਲੇਡੀਜ਼ 'ਤੇ ਵਾਰ ਨਹੀਂ ਕਰਨਾ, ਠੀਕ ਹੈ, ਔਰ ਨਿਹੱਥੇ 'ਤੇ ਵਾਰ ਨਹੀਂ ਕਰਨਾ। ਔਰ ਕੋਸ਼ਿਸ਼ ਇਹ ਕਰਨੀ ਹੈ ਕਿ ਜਦੋਂ ਭੀੜ ਬਣੇ, ਮੁਸ਼ਕਿਲ ਬਣੇ ਤਾਂ ਦੂਸਰੇ ਦੀ ਸੁਰੱਖਿਆ ਜਿਹੜੀ ਹੈ ਉਹ ਵੀ ਕਰਨੀ ਹੈ। ਸੋ ਆਓ ਇਸ ਦਾ ਉੱਤਰ ਲਿਖਦੇ ਹਾਂ। ਗਤਕੇ ਦਾ ਉਸਤਾਦ ਗਤਕਾ ਸਿਖਾਉਣ ਤੋਂ ਪਹਿਲਾਂ ਗਤਕੇ ਦਾ ਉਸਤਾਦ ਗਤਕਾ ਸਿਖਾਉਣ ਤੋਂ ਪਹਿਲਾਂ ਸਿਖਿਆਰਥੀ ਨੂੰ ਸਿੱਖਿਆ ਦਿੰਦਾ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ ਹੈ, ਨਸ਼ਿਆਂ ਤੋਂ ਦੂਰ ਰਹਿਣਾ ਹੈ, ਕੌਮਾ ਨਿਹੱਥੇ 'ਤੇ ਵਾਰ ਨਹੀਂ ਕਰਨਾ, ਨਿਹੱਥੇ 'ਤੇ ਵਾਰ ਨਹੀਂ ਕਰਨਾ, ਕੌਮਾ
ਆਪਣੇ ਤੋਂ ਕਮਜ਼ੋਰ 'ਤੇ ਵਾਰ ਨਹੀਂ ਕਰਨਾ, ਆਪਣੇ ਤੋਂ ਕਮਜ਼ੋਰ 'ਤੇ ਵਾਰ ਨਹੀਂ ਕਰਨਾ, ਕੌਮਾ ਇਸਤਰੀਆਂ 'ਤੇ ਕਦੇ ਵੀ ਵਾਰ ਨਹੀਂ ਕਰਨਾ। ਠੀਕ ਹੈ, ਇਹਨਾਂ ਲਿਖ ਸਕਦੇ ਹੋ। ਕਾਫੀ ਉੱਤਰ ਵੈਸੇ ਲੰਬਾ ਹੋਰ ਵੀ ਬਹੁਤ ਕੁਝ ਦੱਸਿਆ ਗਿਆ, ਪਰ ਤੁਸੀਂ ਉੱਤਰ ਵਾਸਤੇ ਬੜਾ ਢੁਕਵਾਂ ਜਿਹਾ ਉੱਤਰ ਜਿਹੜਾ ਇਸ ਦਾ ਇਹ 3-4 ਗੱਲਾਂ ਦੱਸ ਕੇ ਜਿਹੜੇ ਮੁੱਖ ਉਦੇਸ਼ ਨੇ ਸਿਖਿਆਰਥੀ ਨੂੰ ਦੱਸਣ ਵਾਸਤੇ ਸ਼ੁਰੂ ਕਰਨ ਤੋਂ ਪਹਿਲਾਂ ਇਹ ਖੇਡ ਗੱਤਕੇ ਦੀ ਇਹ ਜ਼ਰੂਰੀ ਨੇ ਜਿਹੜੇ ਮੈਂ ਤੁਹਾਨੂੰ ਦੱਸਦੇ। ਵੀਡੀਓ ਨੂੰ ਪੌਜ਼ ਕਰਕੇ ਜਾਂ ਪਿੱਛੇ ਕਰਕੇ ਤੁਸੀਂ ਦੁਬਾਰਾ ਉੱਤਰ ਜਿਹੜੇ ਆ ਸੁਣ ਸਕਦੇ ਹੋ। ਸੋ ਇਹ ਸੀ ਬੇਟਾ ਅੱਜ ਦਾ ਵੀਡੀਓ, ਜਿਹਦੇ ਵਿੱਚ ਅਸੀਂ ਪਹਿਲੇ 3 ਪ੍ਰਸ਼ਨ ਜਿਹੜੇ ਕਵਰ ਕੀਤੇ ਆ। ਇਸ ਤੋਂ ਇਲਾਵਾ ਯਾਦ ਰੱਖਣਯੋਗ ਗੱਲਾਂ ਅਤੇ ਮੌਖਿਕ ਪ੍ਰਸ਼ਨ ਜਿਹੜੇ ਨੇ, ਜ਼ੁਬਾਨੀ ਪ੍ਰਸ਼ਨ ਜਿਹੜੇ ਨੇ ਉਹ ਕੀਤੇ ਨੇ। ਆਸ ਕਰਦਾ ਹਾਂ ਕਿ ਸਾਰੇ ਬੱਚਿਆਂ ਨੂੰ ਵੀਡੀਓ ਬਹੁਤ ਪਸੰਦ ਆਇਆ ਹੋਵੇਗਾ। ਸਾਰੇ ਬੱਚੇ ਨੇ ਆਪਣੇ ਕਾਪੀਆਂ ਅਤੇ ਕਿਤਾਬਾਂ ਦੇ ਕੰਮ ਕਰ ਲਿਆ ਹੋਵੇਗਾ ਜਾਂ ਕਰ ਲਓਗੇ। ਆਪਣੀ ਸਿਹਤ ਦਾ ਧਿਆਨ ਰੱਖਿਓ, ਵੱਡਿਆਂ ਦਾ ਕਹਿਣਾ ਮੰਨੋ, ਅਤੇ ਆਪਣੇ ਤੋਂ ਜ਼ਿਆਦਾ ਆਪਣੇ ਮਾਤਾ ਪਿਤਾ ਦਾ ਖਿਆਲ ਰੱਖੋ। ਬਾਹਰ ਨਿਕਲਦੇ ਹੋ ਤਾਂ ਮਾਸਕ ਜ਼ਰੂਰ ਲਗਾਓ। ਪਿੰਡਾਂ ਥਾਵਾਂ 'ਤੇ ਢਾਣੀਆਂ ਬਣਾ ਕੇ ਨਾ ਖੇਡੋ, ਨਾ ਬੈਠੋ, ਅਤੇ ਕੋਸ਼ਿਸ਼ ਕਰੋ ਕਿ ਇਹਨਾਂ ਛੁੱਟੀਆਂ ਦੇ ਵਿੱਚ ਅਸੀਂ ਕੋਈ ਪੋਜ਼ੀਟਿਵ ਕਰ ਸਕੀਏ, ਆਪਣੀ ਪੜ੍ਹਾਈ ਨੂੰ ਲਗਾਤਾਰ ਜਾਰੀ ਰੱਖ ਸਕੀਏ। ਸੋ ਗੋਡ ਬਲੈਸ ਯੂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।